ਅੱਜ ਦੀ ਵੀਡੀਓ ਸੂਫੀ ਮਤ ਬਾਰੇ ਹੈ। ਸੂਫੀ ਕਾਵਿ। ਸੂਫੀ ਮਤ ਦੇ ਚਾਰ ਮੁੱਖ ਪੜਾਅ ਦੇਖਣ ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ ਜੋ ਬਹੁਤ ਹੀ ਇੰਪੋਰਟੈਂਟ ਹਨ ਅਤੇ ਇਸਲਾਮ ਦੇ ਮੁੱਖ ਪੰਜ ਰੁਕਨ, ਪੰਜ ਨਿਯਮਾਂ ਬਾਰੇ ਸੰਖੇਪ ਵਿੱਚ ਜਾਣਾਂਗੇ। ਸੂਫੀ ਕਾਵਿ। ਸੂਫੀ ਮਤ ਇਸਲਾਮ ਦੀ ਪੂਰਕ ਵਿਚਾਰਧਾਰਾ ਹੈ। ਇਸ ਦਾ ਜਨਮ ਕੇਂਦਰ ਅਰਬ ਹੈ। ਪੰਜਾਬੀ ਵਿੱਚ ਸੂਫੀਆਂ ਦਾ ਪਹਿਲਾ ਟਿਕਾਣਾ ਲਾਹੌਰ ਸੀ। ਪੰਜਾਬ ਵਿੱਚ ਸਭ ਤੋਂ ਪਹਿਲਾਂ ਸੂਫੀ ਟਿਕਾਣਾ ਕਿੱਥੇ ਸੀ? ਲਾਹੌਰ ਵਿੱਚ। ਸੂਫੀ ਸ਼ਬਦ ਸਫ ਤੋਂ ਬਣਿਆ ਹੈ। ਇਸ ਦਾ ਭਾਵ ਕਤਾਰ ਹੈ। ਸਫ ਦਾ ਅਰਥ ਹੈ ਕਤਾਰ। ਜੋ ਲੋਕ ਪਹਿਲੀ ਕਤਾਰ ਵਿੱਚ ਖਲੋ ਕੇ ਨਮਾਜ਼ ਪੜ੍ਹਦੇ ਹਨ ਉਹਨਾਂ ਨੂੰ ਸੂਫੀ ਕਿਹਾ ਜਾਂਦਾ ਹੈ। ਸਫ ਦਾ ਅਰਥ ਹੈ ਕਤਾਰ ਅਤੇ ਸੂਫੀ ਕੌਣ? ਜੋ ਪਹਿਲੀ ਕਤਾਰ ਵਿੱਚ ਨਮਾਜ਼ ਪੜ੍ਹਦੇ ਹਨ। ਸੂਫੀ ਸ਼ਬਦ ਦੀ ਉਤਪੱਤੀ ਸੂਫ ਤੋਂ ਹੋਈ ਮੰਨੀ ਜਾਂਦੀ ਹੈ। ਭਾਵ ਜੋ ਲੋਕ ਉੱਨ ਦੇ ਮੋਟੇ ਕੱਪੜੇ ਪਾਉਂਦੇ ਸਨ ਉਹਨਾਂ ਨੂੰ ਸੂਫ ਕਿਹਾ ਗਿਆ। ਸਭ ਤੋਂ ਪਹਿਲਾਂ ਉਹਨਾਂ ਨੂੰ ਸੂਫੀ ਕਿਹਾ ਗਿਆ ਜੋ ਉੱਨ ਦੇ ਮੋਟੇ ਕੱਪੜੇ ਪਹਿਨਦੇ ਸਨ ਤੇ ਪਹਿਲੀ ਕਤਾਰ ਵਿੱਚ ਖਲੋ ਕੇ ਨਮਾਜ਼ ਪੜ੍ਹਦੇ ਸਨ। ਸਫ ਤੋਂ ਬਣਿਆ ਸੂਫੀ। ਸੂਫੀ ਲੋਕ ਸਰਾਂ ਦੇ ਬਹੁਤ ਪਾਬੰਦ ਸਨ। ਸੂਫੀ ਮਤ ਦਾ ਜਨਮ ਹਜ਼ਰਤ ਮੁਹੰਮਦ ਸਾਹਿਬ ਤੋਂ ਮੰਨਿਆ ਜਾਂਦਾ ਹੈ। ਰੱਬ ਦੀ ਰਜ਼ਾ ਵਿੱਚ ਰਹਿਣਾ ਇਹਨਾਂ ਦਾ ਅਹਿਮ ਅਸੂਲ ਸੀ। ਇਹ ਬਹੁਤ ਕੱਟੜ ਹੁੰਦੇ ਸੀ, ਕੱਟੜ ਮੁਸਲਮਾਨ। ਇਸਲਾਮ ਇਹ ਕੀ ਹੈ? ਹਜ਼ਰਤ ਮੁਹੰਮਦ ਸਾਹਿਬ ਤੋਂ ਮੰਨਿਆ ਜਾਂਦਾ ਹੈ ਸੂਫੀ ਮਤ ਦਾ ਜਨਮ ਤੇ ਰੱਬ ਦੀ ਰਜ਼ਾ ਵਿੱਚ ਰਹਿਣਾ ਇਹਨਾਂ ਦਾ ਅਹਿਲ ਅਸੂਲ ਸੀ, ਪਹਿਲਾ ਅਸੂਲ ਸੀ। ਕੱਟੜ ਸੂਫੀਆਂ ਵਿੱਚ ਕੌਣ ਕੌਣ? ਬਾਬਾ ਫਰੀਦ, ਬਾਬਾ ਗੰਜ ਬਖਸ਼, ਬੂ ਅਲੀ ਕਲੰਦਰ ਇਹ ਪ੍ਰਮੁੱਖ ਨਾਮ ਹਨ ਜੋ ਕੱਟੜ ਸੂਫੀ ਹੈ। ਮਨਸੂਰ ਦੇ ਅਨਲ ਹੱਕ ਦਾ ਨਾਅਰਾ ਦਿੱਤਾ। ਮਨਸੂਰ ਸੀ, ਉਸਨੇ ਕਿਹੜਾ ਨਾਅਰਾ ਦਿੱਤਾ? ਅਨਲ ਹੱਕ ਦਾ। ਇਸ ਦਾ ਅਰਥ ਕੀ ਸੀ? ਮੈਂ ਹੀ ਰੱਬ ਹਾਂ। ਇਸ ਲਈ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਕਿਉਂਕਿ ਇਹ ਆਪਣੇ ਰੱਬ ਦੇ ਖਿਲਾਫ ਕੁਝ ਬਰਦਾਸ਼ਤ ਨਹੀਂ ਸਨ ਕਰਦੇ। ਪਰ ਜੋ ਮਨਸੂਰ ਨੇ ਅਨਲ ਹੱਕ ਦਾ ਨਾਅਰਾ ਦਿੱਤਾ ਕਿ ਮੈਂ ਹੀ ਰੱਬ ਹਾਂ, ਇਸ ਕਰਕੇ ਉਸਨੂੰ ਕੀ ਹੈ? ਮੌਤ ਦੀ ਸਜ਼ਾ ਦਿੱਤੀ ਗਈ। ਨਾਅਰਾ ਯਾਦ ਰੱਖਣਾ ਵੀ ਕਿਹੜਾ ਨਾਅਰਾ ਦਿੱਤਾ ਸੀ? ਅਨਲ ਹੱਕ ਦਾ। ਤੇ ਕਿਸ ਨੇ? ਮਨਸੂਰ ਨੇ। ਅਨਲ ਹੱਕ ਦਾ ਅਰਥ ਵੀ ਪੁੱਛਿਆ ਜਾ ਸਕਦਾ ਕਿ ਇਸ ਦਾ ਅਰਥ ਹੈ ਮੈਂ ਹੀ ਰੱਬ ਹਾਂ। ਸੂਫੀ ਮਤ ਅੰਦਰ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਚਾਰ ਪੜਾਅ ਦੱਸੇ ਗਏ ਹਨ। ਜੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਤਾਂ ਉਸ ਲਈ ਸੂਫੀ ਮਤ ਸੀ ਜੋ ਉਹਨਾਂ ਨੇ ਚਾਰ ਪੜਾਅ ਨਿਯਤ ਕੀਤੇ। ਪਹਿਲਾ ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ। ਸ਼ਰੀਅਤ ਦਾ ਕੀ ਅਰਥ ਹੈ? ਸੂਫੀ ਸਾਧਨਾ ਦਾ ਪਹਿਲਾ ਪੜਾਅ। ਸ਼ਰੀਅਤ ਨੂੰ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਸਾਧਨਾ ਦਾ ਪਹਿਲਾ ਪੜਾਅ ਕਲਮੇ ਉੱਤੇ ਯਕੀਨ, 5 ਵਕਤ ਨਮਾਜ਼ ਪੜ੍ਹਨਾ, ਰੋਜ਼ੇ ਰੱਖਣਾ, ਜ਼ਕਾਤ ਦੇਣਾ, ਹਜ ਕਰਨਾ ਇਹ ਇਸ ਦੇ ਜ਼ਰੂਰੀ ਅੰਗ ਹਨ। ਜੇਕਰ ਪਰਮਾਤਮਾ ਤੱਕ ਪਹੁੰਚਣਾ ਹੈ ਤਾਂ ਇਹ ਸ਼ਰੀਅਤ ਹੈ ਜੋ ਪਹਿਲਾ ਪੜਾਅ ਸੀ। ਤੇ ਇਸ ਵਿੱਚ ਕਲਮੇ ਉੱਤੇ ਯਕੀਨ, 5 ਵਕਤ ਨਮਾਜ਼ ਪੜ੍ਹਨਾ, ਰੋਜ਼ੇ ਰੱਖਣਾ, ਜ਼ਕਾਤ ਦੇਣਾ, ਹਜ ਕਰਨਾ ਜ਼ਰੂਰੀ ਸੀ। ਦੂਸਰਾ ਪੜਾਅ ਹੈ ਤਰੀਕਤ। ਮੁਰਸ਼ਦ ਦੇ ਦੱਸੇ ਮਾਰਗ ਤੇ ਪਰਮਾਤਮਾ ਪ੍ਰਾਪਤੀ ਲਈ ਤੁਰਨਾ। ਮੁਰਸ਼ਦ ਉਹਨਾਂ ਦਾ ਜੋ ਗੁਰੂ ਹੈ ਉਹਨੂੰ ਮੁਰਸ਼ਦ ਕਹਿੰਦੇ ਸੀ। ਤਰੀਕਤ ਦੂਸਰਾ ਜੋ ਮਾਰਗ ਸੀ, ਮੁਰਸ਼ਦ ਦੇ ਦੱਸੇ ਮਾਰਗ ਉੱਤੇ ਪਰਮਾਤਮਾ ਪ੍ਰਾਪਤੀ ਲਈ ਤੁਰਨਾ ਕਿ ਜੋ ਮੁਰਸ਼ਦ ਦੱਸਦਾ ਹੈ ਉਸ 'ਤੇ ਹੀ ਤੁਰ ਕੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਤੀਸਰਾ ਪੜਾਅ ਸੀ ਮਾਰਫਤ, ਜਦੋਂ ਅੱਲਾ ਦੀ ਹਸਤੀ ਦੀ ਪਛਾਣ ਹੋ ਜਾਂਦੀ ਹੈ ਉਸ ਨੂੰ ਮਾਰਫਤ ਕਿਹਾ ਗਿਆ। ਹਕੀਕਤ, ਪਰਮਾਤਮਾ ਦੀ ਪ੍ਰਾਪਤੀ ਭਾਵ ਹਕੀਕਤ ਦੀ ਪਛਾਣ, ਜੋ ਲਾਸਟ ਪੜਾਅ ਸੀ ਚੌਥਾ, ਹਕੀਕਤ ਪਰਮਾਤਮਾ ਦੀ ਜਦੋਂ ਪ੍ਰਾਪਤੀ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧਨ ਆਪਣੇ ਆਪ ਹੀ, ਜੋ ਸਾਧਕ ਹੈ, ਜੋ ਭਗਤ ਹੈ, ਉਹ ਆਪਣੇ ਆਪ ਨੂੰ ਗਵਾ ਲੈਂਦਾ ਹੈ, ਭਾਵ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਸੂਫੀ ਮਤ ਵਿੱਚ ਮੁਰਸ਼ਦ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ। 4 ਪ੍ਰਸਿੱਧ ਸੰਪਰਦਾਵਾਂ ਹਨ ਸੂਫੀ ਮਤ ਦੀ: ਚਿਸ਼ਤੀ, ਸੋਹਰਾਵਰਦੀ, ਕਾਦਰੀ, ਨਕਸ਼ਬੰਦੀ। ਚਿਸ਼ਤੀ ਦਾ ਕੇਂਦਰ ਦਿੱਲੀ, ਸੋਹਰਾਵਰਦੀ ਦਾ ਕੇਂਦਰ ਮੁਲਤਾਨਪੁਰ, ਅਤੇ ਨਕਸ਼ਬੰਦੀ ਦਾ ਕੇਂਦਰ ਸਰਹੰਦ ਸੀ। ਇਸ਼ਕ ਮਜਾਜੀ, ਇਸ਼ਕ ਹਕੀਕੀ ਨੂੰ ਹਾਸਲ ਕਰਨ ਦਾ ਇੱਕ ਰਸਤਾ ਸੀ। ਸੂਫੀ ਮਤ ਦੇ ਵਿਕਾਸ ਤੇ ਈਸਾਈ ਮਤ, ਬੁੱਧ ਮਤ, ਨਵ ਅਫਲਾਤੂਨ ਅਤੇ ਵੇਦਾਂਤ ਦਾ ਕਾਫੀ ਪ੍ਰਭਾਵ ਹੈ। ਭਾਰਤ ਵਿੱਚ ਆਉਣ ਵਾਲਾ ਪਹਿਲਾ ਸੂਫੀ ਹਜ਼ਰਤ ਅਲੀ ਬਿਨ ਉਸਮਾਨ ਅਲ ਹੁਜ਼ੈਰੀ ਸੀ। ਇਹ ਪਹਿਲਾ ਸੂਫੀ ਸੀ ਬਈ ਜੋ ਭਾਰਤ ਵਿੱਚ ਆਇਆ ਸੀ, ਹਜ਼ਰਤ ਅਲੀ ਬਿਨ ਉਸਮਾਨ ਅਲ ਹੁਜ਼ੈਰੀ। ਇਸਲਾਮ ਦੇ ਮੁੱਖ 5 ਰੁਕਨ, ਮੁੱਖ 5 ਨਿਯਮ ਕੀ ਸੀ? ਸਿਰਕ ਤੋਂ ਭਾਵ, ਸਿਰਕ ਤੋਂ ਭਾਵ ਹੈ ਰੱਬ ਨਾਲ ਕਿਸੇ ਹੋਰ ਦੀ ਪੂਜਾ। ਇਸਲਾਮ ਦੇ ਮੁੱਖ ਰੁਕਨ, ਮੁੱਖ ਨਿਯਮ 5 ਨਿਯਮ ਸੀ: ਸਿਰਕ, ਤੌਹੀਦ, ਜ਼ਕਾਤ, ਉਲਮਾ, ਕੁਫਰ, ਤਵੱਕਲ। ਇਹ 5 ਨਿਯਮ ਸੀ। ਸਿਰਕ ਤੋਂ ਭਾਵ ਹੈ ਰੱਬ ਨਾਲ ਕਿਸੇ ਹੋਰ ਦੀ ਪੂਜਾ। ਤੌਹੀਦ ਤੋਂ ਭਾਵ ਹੈ ਇੱਕ ਰੱਬ ਵਿੱਚ ਵਿਸ਼ਵਾਸ। ਤੌਹੀਦ ਕਈ ਵਾਰ ਪੁੱਛਿਆ ਗਿਆ ਹੈ ਇਹ। ਤੌਹੀਦ ਤੋਂ ਭਾਵ ਹੈ ਇੱਕ ਰੱਬ ਵਿੱਚ ਵਿਸ਼ਵਾਸ। ਜ਼ਕਾਤ ਇਸਲਾਮੀ ਸ਼ਰੀਅਤ ਅਨੁਸਾਰ ਦਾਨ ਦੇਣਾ ਹੁੰਦਾ ਹੈ, ਜ਼ਕਾਤ। ਉਲਮਾਏ ਕਿਰਾਮ ਤੋਂ ਭਾਵ ਹੈ ਇਸਲਾਮ ਧਰਮ ਦੇ ਆਲਿਮ। ਕੁਫਰ ਦਾ ਅਰਥ ਹੈ ਜੋ ਰੱਬ ਦੀ ਹੋਂਦ ਨੂੰ ਨਾ ਮੰਨੇ, ਜੋ ਰੱਬ ਦੀ ਹੋਂਦ ਨੂੰ ਨਾ ਮੰਨੇ। ਤਵੱਕਲ ਤੋਂ ਭਾਵ ਹੈ ਰੱਬ ਦੀ ਹਸਤੀ ਤੇ ਭਰੋਸਾ, ਰੱਬ ਦੀ ਹਸਤੀ ਤੇ ਭਰੋਸਾ। ਇਹ ਸ਼ਬਦ ਹਨ ਜਿਸ ਦੇ ਇਸਲਾਮ ਵਿੱਚ ਕੁਝ ਆਪਣੇ ਹੀ ਮੀਨਿੰਗ ਹਨ ਬਈ। ਹਜ਼ਰਤ ਮੁਹੰਮਦ ਸਾਹਿਬ ਤੋਂ ਮਗਰੋਂ ਪਹਿਲਾ ਖਲੀਫਾ ਬਣੇ, ਸਭ ਤੋਂ ਪਹਿਲਾਂ ਸੀ ਹਜ਼ਰਤ ਮੁਹੰਮਦ ਸਾਹਿਬ, ਉਸ ਤੋਂ ਬਾਅਦ ਪਹਿਲਾ ਖਲੀਫਾ ਬਣਿਆ ਸੀ ਹਜ਼ਰਤ ਅਬੂ ਬਕਰ ਸਦੀਕ। ਵਹਿਦਤ ਉਲ ਵਜੂਦ, ਇਸ ਦਾ ਵੀ ਅਰਥ ਹੈ ਰੱਬ ਸਰਬ ਵਿਆਪਕ ਹੈ। ਕਈ ਵਾਰ ਇਹ ਪੁੱਛਿਆ ਜਾਂਦਾ ਕਿ ਵਹਿਬਤ ਉਲ ਵਜੂਦ ਦਾ ਅਰਥ ਕੀ ਹੈ? ਮਿਲਾਨ ਕਰੋ, ਮਿਲਾਨ ਰੱਬ, ਇਸ ਦਾ ਅਰਥ ਹੈ ਰੱਬ ਸਰਬ ਵਿਆਪਕ ਹੈ। ਇੱਕ ਵਾਰੀ ਹੋਰ ਦੇਖੋ, ਸਿਰਕ ਦਾ ਅਰਥ ਕੀ ਹੈ? ਰੱਬ ਨਾਲ ਕਿਸੇ ਹੋਰ ਦੀ ਪੂਜਾ ਕਰਨਾ। ਤੌਹੀਦ ਦਾ ਅਰਥ ਹੈ ਇੱਕ ਰੱਬ ਵਿੱਚ ਵਿਸ਼ਵਾਸ। ਜ਼ਕਾਤ ਦਾ ਅਰਥ ਹੈ ਇਸਲਾਮ ਅਨੁਸਾਰ ਦਾਨ ਦੇਣਾ, ਆਪਣੀ ਕਮਾਈ ਅਨੁਸਾਰ ਦਾਨ ਦੇਣਾ। ਉਲਮਾ-ਏ ਕਿਰਾਮ, ਇਸਲਾਮ ਧਰਮ ਦੇ ਆਲਿਮ। ਉਲਮਾ-ਏ ਕਿਰਾਮ ਕਿਸ ਨੂੰ ਕਹਿੰਦੇ ਸੀ? ਜੋ ਇਸਲਾਮ ਧਰਮ ਦੇ ਆਲਿਮ ਹੁੰਦੇ ਸੀ। ਕੁਫਰ, ਜੋ ਰੱਬ ਵਿੱਚ ਵਿਸ਼ਵਾਸ ਨਾ ਕਰਦੇ ਹੋਣ ਉਹਨਾਂ ਨੂੰ ਕੁਫਰ ਕਹਿੰਦੇ ਸੀ। ਜੋ ਰੱਬ ਨੂੰ ਨਾ ਮੰਨਦੇ ਹੋਣ ਨਾਸਤਕ ਕਿਹਾ ਜਾਂਦਾ ਹੈ, ਪਰ ਇਸਲਾਮ ਵਿੱਚ ਉਸਨੂੰ ਕੁਫਰ ਕਿਹਾ ਜਾਂਦਾ ਹੈ, ਰੱਬ ਨੂੰ ਨਹੀਂ ਮੰਨਦਾ। ਤਵੱਕਲ, ਤਵੱਕਲ ਦਾ ਅਰਥ ਕੀ ਹੈ? ਰੱਬ ਦੀ ਹਸਤੀ ਤੇ ਭਰੋਸਾ ਕਰਨਾ। ਜੋ ਰੱਬ ਦੀ ਹਸਤੀ ਤੇ ਭਰੋਸਾ ਕਰਦੇ ਸੀ ਉਹ ਤਵੱਕਲ, ਤੇ ਜੋ ਨਹੀਂ ਕਰਦੇ ਸੀ ਉਹ ਕੁਫਰ। ਹਜ਼ਰਤ ਮੁਹੰਮਦ ਸਾਹਿਬ ਤੋਂ ਮਗਰੋਂ ਪਹਿਲਾ ਖਲੀਫਾ ਬਣੇ ਹਜ਼ਰਤ ਅਬੂ ਬਕਰ ਸਦੀਕ। ਵਹਿਬਤ ਉਲ ਵਜੂਦ ਦਾ ਅਰਥ ਹੈ ਰੱਬ ਸਰਵ ਵਿਆਪਕ ਹੈ, ਰੱਬ ਹਰ ਥਾਂ ਹੈ।